श्री गुरु ग्रंथ साहब बेअदबी ਨੂੰ 4 ਸਾਲ ਪੂਰੇ ਹੋ ਜਾਣ ਤੋਂ ਬਾਅਦ ਵੀ ਸਿੱਖ ਸੰਗਤ ਨੂੰ ਇਨਸਾਫ ਨਹੀਂ ਮਿਲਿਆ ਤੇ ਬੇਅਦਬੀ ਤੇ ਰੋਸ ਵਿੱਚ ਕੋਟਕਪੂਰਾ ਤੇ ਬਾਈਬਲ ਕਲਾ 'ਚ ਸ਼ਾਂਤਮਈ ਤਰੀਕੇ 'ਚ ਰੋਸਕਾਰੀ ਸਿੱਖ ਸੰਗਤ ਤੇ ਪੁਲਿਸ ਦੇ ਵੱਲੋਂ ਲਾਠੀਚਾਰਜ ਤੇ ਪਾਣੀ ਦੀਆਂ ਬਰਸ਼ਾਰਾਂ ਤੇ ਹਜੂ ਦੇ ਗੈਸ ਗੋਲਿਆਂ ਤੋਂ ਇਲਾਵਾ ਗੋਲੀਬਾਰੀ 'ਚ ਅਨੇਕਾਂ ਸਿੱਖ ਜ਼ਖਮੀ ਹੋਏ ਤੇ ਬਾਈਬਲ ਕਲਾ 'ਚ 2 ਸਿੱਖ ਨੌਜਵਾਨ ਕ੍ਰਿਸ਼ਨ ਭਗਵਾਨ ਤੇ ਗੁਰਜੀਤ ਸਿੰਘ ਪੁਲਿਸ ਦੀ ਗੋਲੀ ਨਾਲ ਮਾਰੇ ਗਏ। ਇਸ ਘਟਨਾ ਨੂੰ 4 ਸਾਲ ਪੂਰੇ ਹੋਣ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੁਆਰਾ ਵੱਖ-ਵੱਖ ਸਮਾਗਮ ਕਰ ਸ਼ਰਧਾਂਜਲੀ ਦਿੱਤੀ ਗਈ ਤੇ ਸ਼ਹੀਦ ਸਮਾਗਮ ਦੇ ਰੂਪ ਵਿੱਚ ਵਰਸੀ ਮਨਾਈ ਗਈ। ਇਸ ਮਾਮਲੇ 'ਚ ਪੂਰੀ ਤਰ੍ਹਾਂ ਸਿਆਸਤ ਖੇਡੀ ਗਈ, ਅਲੱਗ-ਅਲੱਗ ਸਮਾਗਮ ਕਰਵਾਏ ਗਏ। ਮਾਮਲਾ ਇੱਕ ਬੇਅਦਬੀ ਤੇ ਗੋਲੀकांड, ਮਕਸਦ ਵੀ ਇੱਕ ਇਨਸਾਫ, ਪਰ ਸਮਾਗਮ 3 ਇੱਕ ਦੂਜੇ ਦੇ ਸਮਾਗਮ 'ਚ ਜਾਣ ਤੋਂ ਸਾਫ਼ ਮਨਾ ਕਰ ਦਿੱਤਾ। ਵੈਸੇ ਤਾਂ ਸਾਰਿਆਂ ਵੱਲੋਂ ਇਹ ਕਿਹਾ ਗਿਆ ਕਿ ਇਸ ਮਾਮਲੇ ਤੇ ਕੋਈ ਸਿਆਸਤ ਨਹੀਂ ਹੋਵੇਗੀ, ਪਰ ਸਾਫ਼ ਦੇਖਿਆ ਗਿਆ ਕਿ ਇਸ ਮਾਮਲੇ ਤੇ ਪੂਰੀ ਤਰ੍ਹਾਂ ਸਿਆਸਤ ਕੀਤੀ ਗਈ। ਅਲੱਗ-ਅਲੱਗ ਸਟੇਜਾਂ ਲਗਾਈਆਂ ਗਈਆਂ, ਅਲੱਗ-ਅਲੱਗ ਸਮਾਗਮ ਕਰਵਾਏ ਗਏ। ਜਦੋਂ ਇਸ ਬਾਰੇ ਸਿਮਰਨਜੀਤ ਸਿੰਘ ਮਾਨ ਤੋਂ ਸਵਾਲ ਪੁੱਛਿਆ ਕਿ ਉਹਨਾਂ ਬਰਗਾੜੀ ਖਹਿਰਾ ਦੇ ਸਮਾਗਮ 'ਚ ਜਾਣਗੇ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ, ਦੇਖੋ। ਅੱਜ 3 ਪ੍ਰੋਗਰਾਮ ਰੱਖੇ ਗਏ, ਪਰ ਲੋਕਾਂ ਦੀ ਮੰਗ ਹੈ ਜੇ ਇੱਕ ਥਾਂ ਇਕੱਠੇ ਹੋ ਕੇ ਇਨਸਾਫ ਮੰਗਿਆ ਜਾਵੇ ਤਾਂ ਹੋ ਸਕਦਾ ਕੋਈ ਨਾ ਕੋਈ ਹੱਲ। ਹਾਂ ਇਕੱਠੇ ਹੋਣਾ ਚਾਹੀਦਾ ਜੀ। ਤੁਸੀਂ ਵੀ ਇਕੱਠੇ ਹੋਵੋ ਸਾਡੇ ਨਾਲ, ਸਾਰੇ ਹੋਵੋ ਤੇ ਇਹ 12 ਤਰੀਕ ਨੂੰ ਆਪਾਂ ਕੋਈ ਫੈਸਲੇ ਲਈਏ ਕਿ ਜਿਵੇਂ ਆਪਾਂ ਨੇ ਅਗਲਾ ਪ੍ਰੋਗਰਾਮ ਕੀ ਦੇਣਾ ਹੈਗਾ, ਉਸ ਪ੍ਰੋਗਰਾਮ ਦੇ ਵਿੱਚ ਬੇਈਮਾਨੀ ਨਾ ਹੋਏ। ਸਰ ਉੱਥੇ ਜਾਓਗੇ ਹੁਣ ਤੁਸੀਂ? ਬਰਗਾੜੀ ਜਾਣਾ ਤੁਹਾਡਾ ਹੈ ਹੁਣ? ਨਹੀਂ, ਮੇਰਾ ਹੈ ਨਹੀਂ ਕਿਤੇ ਵੀ, ਮੇਰਾ ਇੱਥੋਂ ਦਾ ਹੀ ਫੈਸਲਾ ਸੀਗਾ, ਇੱਥੇ ਮੈਂ ਪੂਰਾ ਕਰਤਾ ਹੈ। ਜਿਨ੍ਹਾਂ ਨੇ ਉੱਥੇ ਕੀਤਾ ਹੈ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀਗਾ, ਪਰ ਮੈਨੂੰ ਸਮਝ ਨਹੀਂ ਆਈ ਹੈ ਕਿ ਉਹਨਾਂ ਨੇ ਸਾਰਿਆਂ ਨੇ ਗੜਬੜ ਕੀਤੀ ਹੈ, ਮੋਰਚੇ ਨੂੰ ਤੋੜਿਆ ਹੈ, ਭੱਜ ਗਏ ਹੈ। ਇਸ ਮੌਕੇ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਬੇਅਦਬੀ ਤੇ ਗੋਲੀकांड ਬਾਰੇ, ਇਹ ਵੀ ਦੇਖੋ ਤੇ ਸੁਣੋ। ਬੇਅਦਬੀ ਮਾਮਲੇ ਨੂੰ ਔਰ ਜਿਹੜੇ ਸਿੱਖਾਂ ਤੇ ਤਸ਼ੱਦਦ ਹੋਇਆ ਪੁਲਿਸ ਵੱਲੋਂ, ਲਗਾਤਾਰ ਆਪਾਂ ਬਰਸੀਆਂ ਮਨਾ ਕੇ ਜਿਹੜਾ ਅਸੀਂ ਰੋਸ ਪ੍ਰਗਟ ਕਰ ਰਹੇ ਹਾਂ, ਪਰ ਇਨਸਾਫ ਨਹੀਂ ਮਿਲ ਰਿਹਾ। ਕੀ ਵਜ੍ਹਾ ਹੈ? ਸਾਡੇ ਵਿੱਚ ਕਮਜ਼ੋਰੀਆਂ, ਜਿਹੜਾ ਮੈਂ ਕਿਹਾ ਹੈ ਕਿ ਅਸੀਂ ਭਰੋਸਾ ਕਰਕੇ ਜਿਹੜਾ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਨੂੰ ਫੜ ਕੇ ਅਰਦਾਸ ਕੀਤੀ ਸੀਗੀ ਕਿ ਮੈਂ ਮੁਲਜ਼ਮਾਂ ਨੂੰ ਫੜੂੰਗਾ, ਦੋਸ਼ੀਆਂ ਨੂੰ ਫੜੂੰਗਾ। ਫਿਰ 9 ਦਸੰਬਰ ਨੂੰ ਜਦੋਂ ਇੱਥੇ ਇਜਲਾਸ ਹੋਇਆ, ਕੈਪਟਨ ਸਾਹਿਬ ਦੇ 2 ਵਜ਼ੀਰ ਰੰਧਾਵਾ ਸਾਹਿਬ ਵੀ ਆਏ ਸੀਗੇ ਤੇ ਬਾਜਵਾ ਸਾਹਿਬ ਵੀ ਆਏ ਸੀ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ, ਸੰਗਤ ਦੀ ਹਾਜ਼ਰੀ 'ਚ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਮੁਲਜ਼ਮਾਂ ਨੂੰ ਵੀ ਫੜਾਂਗੇ। ਰਣਜੀਤ ਸਿੰਘ ਦੀ ਰਿਪੋਰਟ ਹੈ, ਉਹਦੇ 'ਤੇ ਪੂਰਾ ਅਮਲ ਕਰਾਂਗੇ ਔਰ ਜਿਨ੍ਹਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਉਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ। ਜਿਵੇਂ ਜਸਕਰਨ ਸਿੰਘ ਜੀ ਨੇ ਸਮਝਾਇਆ ਹੈਗਾ, ਕਾਫੀ ਕੁਝ ਹੋ ਗਿਆ, ਪਰ ਅਜੇ ਤੱਕ ਸਾਡੇ ਬੰਦੀ 25 ਸਾਲਾਂ ਦੇ ਜਿਹੜਾ ਵਾਅਦਾ ਕਰਕੇ ਗਏ ਸੀਗੇ ਕਿ ਅਸੀਂ ਛੱਡਾਂਗੇ, ਅਜੇ ਸਾਨੂੰ ਨਹੀਂ ਦਿਖਦਾ ਕਿ ਉਹ ਛੱਡਣਗੇ। ਉਧਰ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਤੇ ਦਾਦੂਵਾਲ ਦੁਆਰਾ ਬਰਗਾੜੀ ਸਟੇਡੀਅਮ 'ਚ ਪ੍ਰੋਗਰਾਮ ਕਰਵਾਇਆ ਗਿਆ। ਜਦੋਂ ਇਸ ਮਾਮਲੇ ਨੂੰ ਲੈ ਕੇ ਅਲੱਗ-ਅਲੱਗ ਸਮਾਗਮ ਕਿਉਂ ਕਰਵਾਏ ਗਏ, ਇਹ ਸਵਾਲ ਖਹਿਰਾ ਸਾਹਿਬ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕੀ ਕਿਹਾ, ਦੇਖੋ। ਪਰ ਫੰਕਸ਼ਨ ਅਲੱਗ-ਅਲੱਗ ਸੀ। ਬੜੇ ਅਫਸੋਸ ਦੀ ਗੱਲ ਹੈ, ਵੈਸੇ ਮੈਨੂੰ ਅਹਿਸਾਸ ਹੀ ਨਹੀਂ ਸੀਗਾ ਕਿ ਕੋਈ ਪੈਰਲਲ ਫੰਕਸ਼ਨ ਹੋ ਗਿਆ, ਕਿਉਂਕਿ ਭਾਈ ਸੁਖਰਾਜ ਸਿੰਘ ਜਿਹੜੇ ਸ਼ਹੀਦ ਪਰਿਵਾਰ ਦੇ ਸੁਪੁੱਤਰ ਨੇ, ਇੱਕ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਦੇ, ਇਹ ਉਹਨਾਂ ਵੱਲੋਂ ਸੱਦਾ ਸੀਗਾ ਔਰ ਮੈਂ ਵੀ ਜਿਹੜੀ ਅਪੀਲ ਕੀਤੀ, ਸਭ ਇਹੀ ਖੁੱਲ੍ਹਾ ਸੱਦਾ ਪੱਤਰ ਦਿੱਤਾ ਸੀਗਾ, ਕਿਉਂਕਿ ਜਦੋਂ ਪਹਿਲਾ ਭੋਗ ਵੀ ਪਿਆ ਸੀ ਉਹ ਵੀ ਬਰਗਾੜੀ ਦੇ ਇਸੇ ਸਟੇਡੀਅਮ 'ਚ 2015 'ਚ ਪਿਆ ਸੀ। ਆਈ ਨੈਵਰ ਐਕਸਪੈਕਟਡ ਕੋਈ ਪੈਰਲਲ ਹੋ, ਅਗਰ ਕਿਤੇ ਹੋ ਵੀ ਗਿਆ ਵਾ, ਇਹਨੂੰ ਵੀ ਸ਼ੁੱਡ ਨਾਟ ਬਲੋ ਇਟ ਆਊਟ ਆਫ ਪ੍ਰੋਪੋਰਸ਼ਨ। ਮੇਰੀ ਹੰਬਲ ਅਪੀਲ ਆ ਸਾਰੀਆਂ ਆਰਗੇਨਾਈਜੇਸ਼ਨਸ ਨੂੰ ਕਿ ਠੀਕ ਆ, ਅੱਜ ਸਾਡੀ ਗਿਣਤੀ ਨਫਰੀ ਘੱਟ ਆ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਇੱਦਾਂ ਦੇ ਡਿਵੈਲਪਮੈਂਟਸ ਹੋਈਆਂ ਜਿਹਦੇ ਨਾਲ ਥੋੜ੍ਹਾ ਜਿਹਾ ਲੋਕਾਂ ਦਾ ਫੇਥ ਸੀਗਾ, ਭਰੋਸਾ ਜਿਹੜਾ ਉੱਠਿਆ। ਪਰ ਜਦੋਂ ਆਪਾਂ ਆਪਣੇ ਇਤਿਹਾਸ ਵੱਲ ਝਾਤ ਮਾਰਦੇ ਹਾਂ, 550 ਸਾਲ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਇਹ ਜਿਹੜੀ ਕੌਮ ਆ, ਇਹ ਜਿਹੜਾ ਸੂਬਾ ਵਾ, ਇੱਥੋਂ ਦੇ ਜਿਹੜੇ ਲੋਕ ਆ, ਹਮੇਸ਼ਾ ਲੜਦੇ ਭਿੜਦੇ ਰਹੇ ਨੇ। ਸੋ ਉਦਾਸ ਹੋਣ ਦੀ ਲੋੜ ਨਹੀਂ ਕਿ ਅਸੀਂ ਅਗਲੀ ਜਿਹੜੀ ਵਰ੍ਹੇਗੰਢ ਹੋਵੇਗੀ, ਕਿਉਂਕਿ ਹੁਣ 550ਵੀਂ ਵਰ੍ਹੀ ਆ ਰਹੀ ਹੈ ਗੁਰੂ ਨਾਨਕ ਦੇਵ ਜੀ ਦੀ, ਉਹ ਸੈਲੀਬ੍ਰੇਸ਼ਨ ਦੇ ਵਿੱਚ ਕੋਈ ਐਜੀਟੇਟ ਕਰਨਾ ਥੋੜ੍ਹੀ ਦੇਰ ਲਈ ਸ਼ੋਭਦਾ ਨਹੀਂ। ਮੈਂ ਤਾਂ ਇਹੀ ਮੇਰੀ ਪੁਰਜ਼ੋਰ ਕੋਸ਼ਿਸ਼ ਹੋਊਗੀ ਕਿ ਇਹ ਸਾਰੀਆਂ ਪੰਥਕ ਜਥੇਬੰਦੀਆਂ ਐਟਲੀਸਟ ਫॉर ਦਿਸ ਪਰਪਸ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਤੇ ਬਾਈਬਲ ਕਲਾਂ 'ਚ ਮਾਰੇ ਗਏ 2 ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਸਾਨੂੰ ਸਭ ਨੂੰ ਇੱਕ ਪਲੇਟਫਾਰਮ ਤੇ ਆਉਣਾ ਚਾਹੀਦਾ। ਅਗਰ ਮੈਨੂੰ ਇਹ ਪਹਿਲਾਂ ਕਿਸੇ ਗੱਲ ਦਾ ਅਹਿਸਾਸ ਹੁੰਦਾ, ਮੈਂ ਉਹਨਾਂ ਨੂੰ ਆਪ ਪਰਸਨਲੀ ਮੋਟੀਵੇਟ ਕਰਕੇ ਇੱਥੇ ਅਸੀਂ ਇਨਵਾਈਟ ਕਰਦੇ। ਕਿਸੇ ਕਾਰਨ ਕਰਕੇ ਮੇਰਾ ਖਿਆਲ ਅਰਦਾਸ ਹੋਈ ਹੈ, ਸ਼ਾਇਦ ਅਰਦਾਸ ਦਿਵਸ ਮਨਾਇਆ ਗਿਆ ਉੱਧਰਲੇ ਪਾਸੇ, ਤੇ ਇਹ ਜਿਹੜਾ ਭੋਗ ਸੀਗੇ ਇਹ ਅਗਲੇ ਸਾਲ ਕੋਸ਼ਿਸ਼ ਕਰਾਂਗੇ ਇੱਕ ਝੰਡੇ ਥੱਲੇ ਹੋਣ ਔਰ ਇਸ ਤਰ੍ਹਾਂ ਦੇ ਨਾਲ ਹੋਣ ਕਿ ਅਸੀਂ ਇੱਕ ਧਾਰਮਿਕ ਆਗੂ ਮੂਹਰੇ ਲਾਈਏ
ਔਰ ਫਿਰ ਉਹਦੇ ਲਈ ਐਜੀਟੇਟ ਕਰੀਏ, ਕਿਉਂਕਿ ਮੈਨੂੰ ਪਤਾ ਕਿ ਇੱਥੇ ਲੜਨਾ ਭਿੜਨਾ ਪੈਣਾ, ਇੰਨੀ ਛੇਤੀ ਇਨਸਾਫ ਨਾ ਅਮਰਿੰਦਰ ਸਿੰਘ ਨੇ ਦੇਣਾ, ਚਲੋ ਬਾਦਲਾਂ ਨੇ ਤਾਂ ਕੀ ਦੇਣਾ ਸੀਗਾ। ਇਹ ਸੀ ਅੱਜ ਸਰ। ਇਸ ਮੌਕੇ ਖਹਿਰਾ ਨੇ ਬਾਦਲ ਤੇ ਕੈਪਟਨ ਨੂੰ ਲਪੇਟੇ 'ਚ ਲਿਆ। ਦੇਖੋ, ਕੋਸ਼ਿਸ਼ ਕਰਾਂਗੇ ਇੱਕ ਝੰਡੇ ਥੱਲੇ ਹੋਣ ਔਰ ਇਸ ਤਰ੍ਹਾਂ ਦੇ ਨਾਲ ਹੋਣ ਕਿ ਅਸੀਂ ਇੱਕ ਧਾਰਮਿਕ ਆਗੂ ਮੂਹਰੇ ਲਾਈਏ ਔਰ ਫਿਰ ਉਹਦੇ ਲਈ ਐਜੀਟੇਟ ਕਰੀਏ, ਕਿਉਂਕਿ ਮੈਨੂੰ ਪਤਾ ਕਿ ਇੱਥੇ ਲੜਨਾ ਭਿੜਨਾ ਪੈਣਾ, ਇੰਨੀ ਛੇਤੀ ਇਨਸਾਫ ਨਾ ਅਮਰਿੰਦਰ ਸਿੰਘ ਨੇ ਦੇਣਾ, ਚਲੋ ਬਾਦਲਾਂ ਨੇ ਤਾਂ ਕੀ ਦੇਣਾ ਸੀਗਾ। ਇਹ ਸੀ ਅੱਜ ਸਰ। ਤੁਸੀਂ ਅਗਲੇ ਸਾਲ ਦੀ ਗੱਲ ਕਰਦੇ ਹੋ, 4 ਸਾਲ ਪਹਿਲਾਂ ਹੀ ਹੋ ਚੁੱਕੇ ਨੇ, ਅੱਜ ਵੀ ਜਿਹੜਾ ਕਿ 4 ਸਾਲ ਬੀਤ ਜਾਂਦੇ ਬਾਅਦ ਰੋਸ ਹੀ ਜ਼ਾਹਰ ਦੇਖੋ ਗੱਲ ਇਹ ਆ ਕਿ ਇਹਦੇ ਵਿੱਚ ਤਾਂ ਬੇਇਨਸਾਫੀ ਕੌਣ ਕਰ ਰਿਹਾ ਵਾ? ਆ ਜਿਹੜੀ ਸਾਰੀ ਸੰਗਤ ਆਈ ਆ ਜਾਂ ਜਿਹੜੇ ਇੱਥੇ ਅੱਜ ਲੋਕ ਪਹੁੰਚੇ ਨੇ, ਇਹ ਤਾਂ ਇਨਸਾਫ ਮੰਗਣ ਆਏ ਨਾ। ਗੁਨਾਹਗਾਰ ਕੌਣ ਆ? ਜਿਨ੍ਹਾਂ ਲੋਕਾਂ ਨੇ ਬੇਅਦਬੀਆਂ ਕਰਵਾਈਆਂ, ਉਹਨਾਂ ਦੀ ਛਤਰ ਛਾਇਆ ਦੇ ਥੱਲੇ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਥੱਲੇ ਹੋਈਆਂ। ਕਿਸ ਤਰ੍ਹਾਂ ਉਹਨਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਦਾ ਜਿਹੜਾ ਪੋਸ਼ਾਕ ਵਾਲਾ ਕੇਸ ਸੀਗਾ, 2012 ਦੀ ਅਸੈਂਬਲੀ ਇਲੈਕਸ਼ਨ ਤੋਂ ਪਹਿਲਾਂ ਹੋਮ ਮਿਨਿਸਟਰ ਸੀ ਸੁਖਬੀਰ ਸਿੰਘ ਬਾਦਲ, ਉਹਨਾਂ ਦੇ ਗ੍ਰਹਿ ਨੇ, ਉਹਨਾਂ ਦੇ ਡਿਪਾਰਟਮੈਂਟ ਨੇ ਉਹ ਜਿਹੜਾ ਕੇਸ ਸੀ ਸੱਚਾ ਸੌਦਾ ਦੇ ਮੁਖੀ ਦੇ ਖਿਲਾਫ ਢਹਿ ਢੇਰੀ ਕੀਤਾ ਜਾਣ ਕੇ ਵੋਟਾਂ ਦੀ ਖਾਤਰ। ਔਰ ਜਿਹੜੇ ਸਿੱਖ ਮਾਰੇ ਗਏ ਨੌਜਵਾਨ, ਉਹਨਾਂ ਨੂੰ ਇਹੀ ਕਹਿ ਕੇ ਟਾਈਮ ਟਪਾਤਾ ਕਿ ਪੁਲਿਸ ਜਿਹੜੀ ਆ ਉਹ ਅਣਪਛਾਤੀ ਸੀਗੀ। ਅਮਰਿੰਦਰ ਸਿੰਘ ਨੇ ਪਿਛਲੇ ਪੌਣੇ 3 ਸਾਲ ਤੋਂ ਅਕਾਲੀ ਦਲ ਦਾ ਰਵੱਈਆ ਅਖਤਿਆਰ ਕਰ ਲਿਆ ਵਾ ਔਰ ਤਾਕਤਵਰ ਲੋਕਾਂ ਨੂੰ ਬਚਾਇਆ ਜਾ ਰਿਹਾ, ਚਾਹੇ ਉਹ ਪੁਲਿਸ ਆਫਸਰ ਦਾ, ਸਾਰਿਆਂ ਨੂੰ ਜ਼ਮਾਨਤਾਂ ਮਿਲ ਗਈਆਂ। 302 'ਚ ਅਨਪ੍ਰੈਸੀਡੈਂਟਡ ਹੈ ਕਿ ਚਰਨਜੀਤ ਸ਼ਰਮਾ ਵਰਗਾ 302 ਕਤਲ ਵਿੱਚ ਜ਼ਮਾਨਤ ਹੋਈ ਆ, ਕਿਸੇ ਆਦਮੀ ਨੂੰ ਕੋਈ ਠੋਸ ਸਜ਼ਾ ਨਹੀਂ ਮਿਲੀ। ਉਲਟਾ ਕੈਪਟਨ ਸਾਹਿਬ ਨੇ ਪਿਛਲੇ ਦਿਨੀ ਇੱਕ ਨੈਸ਼ਨਲ ਨਿਊਜ਼ਪੇਪਰ ਨੂੰ ਇੰਟਰਵਿਊ 'ਚ ਸ਼ਰੇਆਮ ਹੀ ਕਹਿਤਾ ਕਿ ਬਾਦਲਾਂ ਦਾ ਕੋਈ ਇਹਦੇ 'ਚ ਕਸੂਰ ਨਹੀਂ। ਸੋ ਸਾਨੂੰ ਮਹਿਸੂਸ ਹੋ ਰਿਹਾ ਕਿ ਜਿਹੜੇ ਰਾਹ 'ਤੇ ਅਕਾਲੀ ਤੁਰੇ ਸੀਗੇ, ਕਿਤੇ ਨਾ ਕਿਤੇ ਅਮਰਿੰਦਰ ਸਿੰਘ ਉਸ ਰਾਹ 'ਤੇ ਤੁਰੇ ਨੇ। ਪਰ ਭੁੱਲਣਾ ਨਹੀਂ ਚਾਹੀਦਾ ਉਹਨਾਂ ਨੂੰ ਕਿ ਉਹਨਾਂ ਦੀ ਹੀ ਪਾਰਟੀ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ, ਉਹਨਾਂ ਦੀ ਹੀ ਪਾਰਟੀ ਦੀ ਬਦੌਲਤ, ਕਾਂਗਰਸ ਦੀ ਸਰਕਾਰ ਬਦੌਲਤ 28 ਅਗਸਤ 2018 ਨੂੰ 8 ਘੰਟੇ ਬਹਿਸ ਹੋਈ। ਇਹਨਾਂ ਦੇ ਮਿਨਿਸਟਰਸ ਤੇ ਐਮਐਲਏਜ਼ ਨੇ ਹੀ ਸਭ ਤੋਂ ਜ਼ਿਆਦਾ ਇਨਸਾਫ ਦੀ ਗੁਹਾਰ ਲਾਈ ਤੇ ਅੱਜ ਇਸ ਸਮਾਗਮ ਵਿੱਚ ਉਹਨਾਂ ਦੀ ਗੈਰ ਹਾਜ਼ਰੀ, ਉਹ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੌਣ ਇਸ ਇਸ਼ੂ ਦੇ ਉੱਤੇ ਸੰਜੀਦਾ ਨੇ ਤੇ ਕੌਣ ਨਹੀਂ। ਅਸੀਂ ਇਸ ਇਨਸਾਫ ਦੀ ਲੜਾਈ ਨੂੰ ਜਾਰੀ ਰੱਖਾਂਗੇ ਜਦ ਤੱਕ ਇਨਸਾਫ ਨਹੀਂ ਮਿਲ ਜਾਂਦਾ, ਕਿਉਂਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਵਰਗੀ ਇੱਕ ਆਈਡੀਓਲੋਜੀ, ਜਿੱਥੇ ਸਾਡੇ ਗੁਰੂ ਸਾਹਿਬ ਦਾ ਖੂਨ ਡੁੱਲਿਆ ਇਸ ਧਰਤੀ ਤੇ, ਜੇ ਉਹਨਾਂ ਨੂੰ ਇਨਸਾਫ ਨਹੀਂ ਮਿਲਣਾ ਤਾਂ ਜਿਹੜੇ ਪੰਜਾਬ ਦੇ ਲੋਕੀ ਦਫ਼ਤਰਾਂ 'ਚ ਧੱਕੇ ਖਾਂਦੇ ਨੇ ਰੋਜ਼, ਥਾਣਿਆਂ ਤਹਿਸੀਲਾਂ 'ਚ ਅਰਜ਼ੀਆਂ ਚੱਕ ਕੇ, ਇਹ ਸਾਰਾ ਬੇਮੈਨੇ ਹੈ। ਅਨਲੈਸ ਵੀ ਗੈਟ ਇਨਜਸਟਿਸ ਇਨ ਦਿਸ ਕੇਸ, ਦੇयर ਵਿਲ ਬੀ ਨੋ ਜਸਟਿਸ anywhere at all for the people of Punjab। ਉਧਰ ਬਲਜੀਤ ਸਿੰਘ ਦਾਦੂਵਾਲ ਨੇ ਇਸ ਮੌਕੇ ਬਾਦਲਾਂ ਨੂੰ ਤੇ ਕੈਪਟਨ ਨੂੰ ਖੂਬ ਲਾਂਤਾਂ ਪਾਈਆਂ ਤੇ ਕੈਪਟਨ ਨੂੰ ਸਿੱਧੀ ਚੇਤਾਵਨੀ ਦਿੱਤੀ। ਕੀ ਸੀ ਕੀ 2015 ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਕੇ ਬੁਰਜਵਾਰ ਸਿੰਘ ਵਾਲਾ ਤੋਂ ਬਰਗਾੜੀ ਦੀਆਂ ਗਲੀਆਂ 'ਚ ਪੰਥ ਦੋਖੀਆਂ ਵੱਲੋਂ ਬੇਅਦਬੀ ਕੀਤੀ ਗਈ ਤੇ ਇਨਸਾਫ ਮੰਗਦੇ ਸਿੱਖਾਂ ਨੂੰ ਸਮੇਂ ਦੀ ਬਾਦਲ ਸਰਕਾਰ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। 2 ਸ਼ਹੀਦ ਕਰ ਦਿੱਤੇ, ਅਨੇਕਾਂ ਜ਼ਖਮੀ ਕਰ ਦਿੱਤੇ। ਅੱਜ ਉਹਨਾਂ ਸ਼ਹੀਦਾਂ ਦਾ ਚੌਥਾ ਸ਼ਹੀਦੀ ਦਿਹਾੜਾ ਅਸੀਂ ਇੱਥੇ ਅੱਜ ਮਨਾ ਰਹੇ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਆ। ਸ਼ਹੀਦ ਪਰਿਵਾਰਾਂ ਵੱਲੋਂ, ਧਾਰਮਿਕ ਰਾਜਨੀਤਿਕ ਜਥੇਬੰਦੀਆਂ ਵੱਲੋਂ ਇੱਥੇ ਅੱਜ ਵਿਚਾਰਾਂ ਹੋਈਆਂ ਨੇ, ਵੱਡੀ ਗਿਣਤੀ 'ਚ ਸੰਗਤਾਂ ਪਹੁੰਚੀਆਂ ਨੇ। ਜਿੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਉੱਥੇ ਇਨਸਾਫ ਦੀ ਆਵਾਜ਼ ਬੁਲੰਦ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅੱਧ ਅਧੂਰਾ ਇਨਸਾਫ ਦੇ ਕੇ ਆਪਣੇ ਆਪ ਨੂੰ ਸੁਰਖਰੂ ਨਾ ਸਮਝਣ। ਪੂਰਨ ਇਨਸਾਫ ਚਾਹੀਦਾ। ਜੋ ਉਹਨਾਂ ਨੇ ਕਿਹਾ ਸੀ ਬਰਗਾੜੀ ਦੀ ਬੇਅਦਬੀ ਦੀਆਂ ਪੈੜਾਂ ਬਾਦਲਾਂ ਦੇ ਘਰ ਨੂੰ ਜਾਂਦੀਆਂ ਨੇ, ਅੱਜ ਬਾਦਲ ਸਮੇਤ ਸੈਣੀ, ਮੌਕੇ ਦਾ ਡੀਜੀਪੀ ਤੇ ਸੌਦਾ ਸਾਧ ਜਿਹਦੇ ਪੈਰੋਕਾਰ ਬੇਅਦਬੀ 'ਚ ਦੋਸ਼ੀ ਪਾਏ ਗਏ ਆ, ਸਾਰੇ ਜਾਂਚ ਵਿੱਚ ਆਏ ਆ। ਉਹ ਸਾਰਿਆਂ ਨੂੰ ਇਸ ਜਾਂਚ ਦਾ ਹਿੱਸਾ ਬਣਾ ਕੇ ਬਣਦੀਆਂ ਸਜ਼ਾਵਾਂ ਜਿਹੜੀਆਂ ਦੇਣੀਆਂ ਚਾਹੀਦੀਆਂ। ਨਹੀਂ ਤੇ ਜਿਸ ਤਰ੍ਹਾਂ ਬਾਦਲਾਂ ਨੂੰ ਸਿੱਖ ਸੰਗਤਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ, ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਵੀ ਰੋਹ ਦਾ ਸ਼ਿਕਾਰ ਹੋਣਾ ਪਊਗਾ। ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਚਾਹੇ ਕੋਈ ਧਾਰਮਿਕ ਆ ਚਾਹੇ ਰਾਜਨੀਤਿਕ ਆ, ਜਿਹੜਾ ਵੀ ਸਿਆਸਤ ਕਰੂਗਾ, ਮੈਂ ਸਮਝਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਮਰੱਥਾ, ਉਹ ਬਖਸ਼ਿਆ ਨਹੀਂ ਜਾਊਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਤੇ ਸਿਆਸਤ ਕਰੂਗਾ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ। ਉਹਦੇ ਦੂਜੇ ਪਾਸੇ ਇਸ ਮਾਮਲੇ ਤੇ ਕੀ ਕਹਿਣਾ ਹੈ ਗੋਲੀकांड ਵਿੱਚ ਮਾਰੇ ਗਏ ਹਰਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਦਾ, ਆਓ ਦੇਖਦੇ ਹਾਂ। ਦੇਖੋ, ਅੱਜ ਤਕਰੀਬਨ 4 ਸਾਲ ਹੋ ਚੁੱਕੇ ਆ। 2015 ਦੇ ਵਿੱਚ ਜਿਹੜਾ ਬੇਅਦਬੀ ਤੇ ਗੋਲੀकांड ਹੋਇਆ ਸੀਗਾ, 14 ਅਕਤੂਬਰ ਨੂੰ ਬਹਿਬਲ ਕਲਾਂ ਵਿਖੇ ਗੋਲੀकांड ਹੋਇਆ ਸੀ, ਜਿਹਦੇ ਵਿੱਚ ਮੇਰੇ ਫਾਦਰ ਸਾਹਿਬ ਸ਼ਹੀਦ ਹੋਏ ਸੀਗੇ। ਅੱਜ ਇਨਸਾਫ ਦੀ ਪੁਕਾਰ ਕਰਦਿਆਂ ਨੂੰ ਸਾਨੂੰ 4 ਸਾਲ ਹੋ ਗਏ ਆ। ਇਹ ਸਰਕਾਰਾਂ 4 ਸਾਲ ਦੀਆਂ ਇਨਸਾਫ ਦੇ ਨਾਲ ਖੇਡ ਰਹੀਆਂ, ਇਨਸਾਫ ਨਹੀਂ ਦੇਣਾ ਚਾਹੁੰਦੀਆਂ। ਸੋ ਸਾਲ ਬਰ ਸਾਲ ਜਿਵੇਂ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਸਮਾਗਮ ਅਸੀਂ ਮਨਾਉਣੇ ਆ, ਉਸ ਸੰਬੰਧ ਦੇ ਵਿੱਚ ਵੀ ਅੱਜ ਵੀ ਸ਼ਹੀਦਾਂ ਸਿੰਘਾਂ ਦਾ ਸ਼ਹੀਦੀ ਸਮਾਗਮ ਇੱਥੇ ਰੱਖਿਆ ਗਿਆ, ਸਰਕਾਰ ਨੂੰ ਯਾਦ ਕਰਾਉਣ ਵਾਸਤੇ ਕਿ ਸਿੱਖਾਂ ਨੂੰ ਅਜੇ ਇਨਸਾਫ ਨਹੀਂ ਮਿਲਿਆ, ਇਨਸਾਫ ਚਾਹੀਦਾ। ਜਿੰਨਾ ਚਿਰ ਇਨਸਾਫ ਨਹੀਂ ਮਿਲੂਗਾ ਉਹਨਾਂ ਚਿਰ ਇਸੇ ਤਰ੍ਹਾਂ ਦੇ ਇਕੱਠ ਤੇ ਸਰਕਾਰ ਵੱਲੋਂ ਜਿਹੜਾ ਪ੍ਰਦਰਸ਼ਨ ਰੋਸ ਹੁੰਦਾ ਰਹੂਗਾ ਜੀ। ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਮੇਨ ਜ਼ਿੰਮੇਵਾਰ ਕੌਣ ਹੈ ਤੱਕ ਜੋ ਬੇਅਦਬੀ ਜਾਂ ਗੋਲੀकांड ਹੋਇਆ? ਅੱਜ ਤੱਕ ਦੇ ਵਿੱਚ ਜਿਹੜਾ ਮੇਨ ਜ਼ਿੰਮੇਵਾਰ ਉਸ ਟਾਈਮ ਦੀ ਬਹੁਤੀ ਪੰਥਕ ਸਰਕਾਰ ਸੀ, ਬਾਦਲ ਸਰਕਾਰ, ਜਿਨ੍ਹਾਂ ਦੀ ਡੇਰਾ ਸਰਸਾ ਦੇ ਨਾਲ ਜਾਰੀ ਸੀ, ਉਹ ਸੀਗੇ
ਤੇ ਨਾਲ ਉਹਨਾਂ ਦੇ ਅੱਜ ਭਾਈਵਾਲ ਕੈਪਟਨ ਵੀ ਬਣਿਆ ਹੋਇਆ, ਜਿਹੜਾ ਉਹਨਾਂ ਨੂੰ ਅੱਜ ਫੜ ਕੇ ਅੰਦਰ ਨਹੀਂ ਦੇ ਰਿਹਾ, ਜਿਹਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਬਾਦਲਾਂ ਨੇ ਕਰਵਾਇਆ। ਇਨਵੈਸਟੀਗੇਸ਼ਨ ਸਿੱਧ ਹੋ ਗਿਆ, ਜਸਟਾਂ ਦੇ ਵਿੱਚ ਪਤਾ ਲੱਗ ਗਿਆ, ਸੋ ਉਹਨਾਂ ਨੇ ਉਹਨੂੰ ਅੰਦਰ ਦੇਣ ਦੀ ਬਜਾਏ ਬਾਹਰ ਜਿਹੜਾ ਰੱਖ ਰਹੇ ਆ ਤੇ ਉਹਨਾਂ ਨੇ ਯਾਰੀਆਂ ਭਾਈਵਾਲੀਆਂ ਪਕਾ ਰਹੇ ਆ। ਜਿਹੜਾ ਇਹ ਸਿੱਖ ਸਮਾਗਮ ਹੈ ਸਿੱਖ ਆਗੂਆਂ ਵੱਲੋਂ ਦੋ ਵੱਖ-ਵੱਖ ਥਾਵਾਂ ਤੇ ਮਨਾਇਆ ਗਿਆ ਹੈ। ਇਸ ਨਾਲ ਦੇਖੋ ਜੀ, ਸ਼ਹੀਦ ਕੌਮ ਦੇ ਸਾਂਝੇ ਹੁੰਦੇ ਆ, ਕੌਮ ਦਾ ਸਰਮਾਇਆ। ਕੋਈ ਵੀ ਕਿਤੇ ਵੀ ਸਮਾਗਮ ਕਰ ਸਕਦਾ, ਇਹਦੇ ਨਾਲ ਕੋਈ ਕਿਸੇ ਨੂੰ ਗਿਲਾ ਸ਼ਿਕਵਾ ਨਹੀਂ ਆ। ਪਰ ਜਿਹੜਾ ਸਾਰਾ ਸਾਂਝਾ ਪੰਥਕ ਜਥੇਬੰਦੀਆਂ ਦਾ, ਪਰਿਵਾਰਾਂ ਦਾ ਪ੍ਰੋਗਰਾਮ ਸੀ ਉਹ ਇੱਥੇ ਰੱਖਿਆ ਗਿਆ। ਇੱਥੇ ਸਾਰਿਆਂ ਨੇ ਸ਼ਮੂਲੀਅਤ ਕੀਤੀ ਹੈ। ਲਗਾਤਾਰ ਕਮਿਸ਼ਨ ਬਣੇ, ਵੱਖ-ਵੱਖ ਰਿਪੋਰਟਾਂ ਦਿੱਤੀਆਂ, ਹੁਣ ਐਸਆਈਟੀ ਜਾਂਚ ਕਰ ਰਹੀ। ਤੁਹਾਨੂੰ ਵੀ ਲੱਗਦਾ ਕਿ ਸਰਕਾਰ ਇਨਸਾਫ ਦੇਣਾ ਨਹੀਂ ਚਾਹੁੰਦੀ ਕਿ ਕੀ ਕਰ ਰਹੀ, ਦੇਰੀ ਕਰ ਰਹੀ? ਨਹੀਂ, ਦੇਖੋ ਸਰਕਾਰਾਂ ਇਨਸਾਫ ਨਹੀਂ ਦੇਣਾ ਚਾਹੁੰਦੀਆਂ। ਸਰਕਾਰਾਂ ਇੱਕ ਮੁੱਦਾ ਬਣਾ ਕੇ ਰੱਖਿਆ ਹੋਇਆ ਸਰਕਾਰਾਂ ਨੇ ਬੇਅਦਬੀ ਦਾ। ਇਹ ਇੱਕ ਹੋਰ ਨਵੇਂ ਮੁੱਦੇ ਦੀ ਉਡੀਕ ਕਰਦੀਆਂ, ਜਿਹਦੇ ਨਾਲ ਹੋਰ 2-4 ਨੌਜਵਾਨਾਂ ਦੀਆਂ ਜਾਨਾਂ ਜਾਣ, ਇਹਨਾਂ ਨੂੰ ਵੋਟਾਂ ਦੇ ਲੈਣ ਲਈ ਮੁੱਦਾ ਆਵੇ। ਜਿਵੇਂ ਕਿ 84 ਵਾਲਾ ਮੁੱਦਾ ਸੀਗਾ, ਉਹ ਅੱਜ ਤਾਈਂ ਚੱਲਿਆ ਜਾ ਰਿਹਾ। 34 ਸਾਲ ਹੋ ਗਏ, ਇਨਸਾਫ ਉਹਦਾ ਨਹੀਂ ਮਿਲਿਆ। ਬੇਅਦਬੀ ਦਾ ਇਨਸਾਫ ਇਹ ਕਿਵੇਂ ਜਲਦੀ ਦੇ ਦੇਣਗੇ? ਜਿਹੜੇ ਲੀਡਰ ਇਕੱਠੇ ਹੋ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰ ਰਹੇ ਸੀ, ਉਹਨਾਂ ਨੇ 3 ਥਾਵਾਂ ਤੇ ਅਲੱਗ-ਅਲੱਗ ਪ੍ਰੋਗਰਾਮ ਕਰ ਸਾਰੀ ਪੋਲ ਖੋਲ ਕੇ ਰੱਖ ਦਿੱਤੀ। ਉਹਨਾਂ ਨੇ ਸਿਰਫ ਸਿਆਸਤ ਖੇਡੀ ਹੈ, ਹੋਰ ਕੁਝ ਨਹੀਂ, ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।